ਅੱਜ ਅਸੀਂ ਕੁਛ ਡੈਫੀਨੇਸ਼ਨਸ ਕਰਾਂਗੇ। ਸਭ ਤੋਂ ਪਹਿਲਾਂ ਹੋਵੇ ਸਾਡੇ ਕੋਲ ਡੈਫੀਨੇਸ਼ਨ ਯੂਨੀਵਰਸਲ ਸੈੱਟ ਦੀ। ਯੂਨੀਵਰਸਲ ਸੈੱਟ ਦੀ ਡੈਫੀਨੇਸ਼ਨ ਹੈ ਇਫ all the sets under consideration are subsets of a fixed set U, then U is called a universal set। ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਹੈ ਇਫ all the sets under consideration, ਜੇ ਅਸੀਂ ਜਿੰਨੇ ਵੀ ਸੈੱਟ ਲੈਂਦੇ ਪਏ ਹਾਂ, ਜਿਹੜੇ ਅਸੀਂ ਕੰਸੀਡਰ ਕਰਦੇ ਪਏ ਹਾਂ, ਜੇ ਉਹ ਕਿਸੇ ਇੱਕ ਦਿੱਤੇ ਹੋਏ ਫਿਕਸ ਸੈੱਟ ਦੇ ਸਬਸੈਟ ਹੋਣ। ਸਬਸੈਟ ਦਾ ਮਤਲਬ ਉਹਦੇ ਪਾਰਟ ਹੋਣ। ਠੀਕ ਹੈ, ਇਹ ਤੁਹਾਨੂੰ ਐਗਜ਼ਾਮਪਲ ਨਾਲ ਵੀ ਸਮਝਾਵਾਂਗਾ। ਮੀਨਿੰਗ ਪਹਿਲਾਂ ਡੈਫੀਨੇਸ਼ਨ ਦੇਖ ਲਓ। ਜਿੰਨੇ ਵੀ ਅਸੀਂ ਸਬਸੈਟ ਸੈੱਟਸ ਲਿੱਤੇ ਹੋਏ ਹੈ, ਜੇ ਉਹ ਕਿਸੇ ਫਿਕਸ ਸੈੱਟ ਯੂ ਦੇ ਸਬਸੈਟ ਹੋਣ, ਅਤੇ ਜਿਹੜਾ ਉਹ ਫਿਕਸ ਸੈੱਟ ਯੂ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਯੂਨੀਵਰਸਲ ਸੈੱਟ। ਜਿਹੜਾ ਫਿਕਸ ਸੈੱਟ ਯੂ ਹੋਏਗਾ ਉਹਨੂੰ ਕੀ ਕਹਾਂਗੇ ਅਸੀਂ? ਯੂਨੀਵਰਸਲ ਸੈੱਟ। ਉਸ ਤੋਂ ਬਾਅਦ ਮੇਰੇ ਕੋਲ ਇੱਕ ਡੈਫੀਨੇਸ਼ਨ ਹੋ ਰਿਹਾ ਕੰਪਲੀਮੈਂਟ ਆਫ ਏ ਸੈੱਟ। ਕੰਪਲੀਮੈਂਟ ਆਫ ਏ ਸੈੱਟ, ਲੈਟ ਏ, ਇੱਕ ਦਾ ਸਾਈਨ ਹੈਗਾ ਸਬਸੈਟ ਦਾ, ਮੈਂ ਉਸ ਨੂੰ ਵੀ ਦੱਸਿਆ ਲਾਸਟ ਟਾਈਮ, ਇਹ ਸਬਸੈਟ ਦਾ ਸਾਈਨ ਹੈ। ਲੈਟ ਏ ਸਬਸੈਟ ਆਫ ਯੂ। ਸਬਸੈਟ ਆਫ ਯੂ ਦਾ ਮਤਲਬ ਹੈਗਾ ਕਿ ਏ ਜਿਹੜਾ ਹੈਗਾ ਯੂ ਸੈੱਟ ਦਾ ਪਾਰਟ ਹੈਗਾ, ਹਿੱਸਾ ਹੈਗਾ। ਦੈਨ ਦ ਕੰਪਲੀਮੈਂਟ ਆਫ ਏ ਇਜ਼ ਦ set of those elements of U which do not belongs to A। ਇਹਦਾ ਮੀਨਿੰਗ ਹੈ, ਡੈਫੀਨੇਸ਼ਨ ਕੀ ਹੋਈ ਹੈ? ਕੰਪਲੀਮੈਂਟ ਆਫ A is the set of those elements of U which do not belongs to A। A ਕੰਪਲੀਮੈਂਟ ਨੂੰ ਅਸੀਂ ਇਸ ਤਰ੍ਹਾਂ ਲਿਖਦੇ ਹਾਂ X such that X belongs to U, X does not belongs to A। ਹੁਣ ਕੰਪਲੀਮੈਂਟ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਕੀ ਹੈ? A ਕੰਪਲੀਮੈਂਟ ਦਾ ਮੀਨਿੰਗ ਹੈਗਾ ਕਿ ਅਸੀਂ ਯੂਨੀਵਰਸਲ ਜਿਹੜਾ U ਸੈੱਟ ਹੋਏਗਾ, ਜਿਹੜਾ ਯੂ ਸੈੱਟ ਹੋਏਗਾ, ਅਸੀਂ ਉਹ ਵਾਲੇ ਐਲੀਮੈਂਟ ਲੈਣੇ ਆ ਜਿਹੜੇ ਏ 'ਚ ਲਾਈ ਨਹੀਂ ਕਰਦੇ ਪਏ। ਏ ਕੰਪਲੀਮੈਂਟ ਦਾ ਮੀਨਿੰਗ ਹੁੰਦਾ ਨੋਟ ਏ, ਅਤੇ ਨੋਟ ਏ ਦਾ ਮਤਲਬ ਹੁੰਦਾ ਹੈ ਕਿ ਅਸੀਂ ਜਿਹੜਾ ਗਿਵਨ ਸੈੱਟ ਹੋਏਗਾ ਸਾਨੂੰ ਯੂਨੀਵਰਸਲ ਸੈੱਟ, ਅਸੀਂ ਉਹਦੇ ਉਹ ਵਾਲੇ ਐਲੀਮੈਂਟਸ ਲੈਣੇ ਆ ਜਿਹੜੇ ਏ ਨੂੰ ਬਿਲੋਂਗ ਨਹੀਂ ਕਰਦੇ। ਏ ਕੰਪਲੀਮੈਂਟ ਦਾ ਮਤਲਬ ਹੈਗਾ ਕਿ ਆਪਣੇ ਆਪ ਨੂੰ ਛੱਡ ਦੇਣਾ, ਬਾਕੀ ਯੂਨੀਵਰਸਲ ਸੈੱਟ ਦੇ ਜਿੰਨੇ ਵੀ ਐਲੀਮੈਂਟਸ ਹੋਣਗੇ ਉਹ ਅਸੀਂ ਸਾਰੇ ਹੀ ਲਿਖ ਲਾਂਗੇ। ਠੀਕ ਹੈ, ਏ ਕੰਪਲੀਮੈਂਟ ਦਾ ਮੀਨਿੰਗ ਹੈ ਦੋਜ਼ ਐਲੀਮੈਂਟਸ ਆਫ ਯੂ ਵਿਚ ਡੂ ਨੋਟ ਬਿਲੋਂਗਸ ਟੂ ਏ, ਜਿਹੜੇ ਏ 'ਚ ਨਹੀਂ ਹੈਗੇ। ਠੀਕ ਹੈ, ਅਸੀਂ ਯੂਨੀਵਰਸਲ ਸੈੱਟ ਦੇ ਉਹ ਵਾਲੇ ਐਲੀਮੈਂਟ ਲਿਖਣੇ ਹੈ। ਯੂ ਅਗੇਨ ਨੈਕਸਟ ਡੈਫੀਨੇਸ਼ਨ ਹੈ ਯੂਨੀਅਨ ਆਫ ਟੂ ਸੈਟਸ। ਲੈਟ ਏ ਐਂਡ ਬੀ be two given sets, then their union is the set consisting of all the elements of A together with all the elements in B। ਯੂਨੀਅਨ ਦੀ ਡੈਫੀਨੇਸ਼ਨ ਹੈਗੀ ਹੈ ਕਿ A ਤੇ B ਮੰਨ ਲਓ ਕੋਈ ਦੋ ਸੈਟਸ ਹੈਗੇ ਆ, ਉਹਨਾਂ ਦੀ ਯੂਨੀਅਨ ਵਿੱਚ ਕਿਹੜੇ ਐਲੀਮੈਂਟ ਆਉਣਗੇ? ਉਹਨਾਂ ਦੀ ਯੂਨੀਅਨ ਵਿੱਚ ਉਹ ਵਾਲੇ ਐਲੀਮੈਂਟ ਆਉਣਗੇ ਜਿਹੜੇ ਜਾਂ ਤਾਂ A 'ਚ ਹੋਣਗੇ, ਠੀਕ ਹੈ, ਟੂਗੈਦਰ ਵਿਦ ਆਲ ਦ ਐਲੀਮੈਂਟਸ ਇਨ B, ਅਤੇ ਜਿਹੜੇ B ਦੇ ਐਲੀਮੈਂਟਸ ਵੀ ਹੋਣਗੇ। ਠੀਕ ਹੈ, ਸੈੱਟ ਕੰਸਿਸਟਿੰਗ ਆਫ ਆਲ ਦ ਐਲੀਮੈਂਟਸ ਆਫ A ਟੂਗੈਦਰ ਵਿਦ ਆਲ ਦ ਐਲੀਮੈਂਟਸ ਇਨ B, ਜਿਹੜੇ A 'ਚ ਵੀ ਐਲੀਮੈਂਟਸ ਹੋਣਗੇ ਅਤੇ B 'ਚ ਵੀ ਐਲੀਮੈਂਟਸ ਹੋਣਗੇ, ਸਾਰੇ ਐਲੀਮੈਂਟਸ ਅਸੀਂ ਲਿਖਾਂਗੇ ਯੂਨੀਅਨ 'ਚ। ਯੂਨੀਅਨ ਦਾ ਸਿੰਬਲ ਹੈ ਹੁੰਦਾ ਯੂ ਵਰਗਾ, ਇਹਨੂੰ ਕਹਿੰਦੇ ਯੂਨੀਅਨ। ਠੀਕ ਹੈ, ਯੂਨੀਅਨ ਦਾ ਸਿੰਬਲ ਹੈਗਾ ਯੂ। A union B is equal to X such that X belongs to A or X belongs to B। A union B 'ਚ ਕਿਸ ਤਰ੍ਹਾਂ ਦੇ ਐਲੀਮੈਂਟਸ ਆਉਂਦੇ ਹੈ? X ਦੀ ਫਾਰਮ ਦੇ ਵਿੱਚ, ਜਾਂ ਤਾਂ X A ਨੂੰ ਬਿਲੋਂਗ ਕਰੇਗਾ ਜਾਂ ਫਿਰ X ਕਿਹਨੂੰ ਬਿਲੋਂਗ ਕਰੇਗਾ? B ਨੂੰ। ਨੈਕਸਟ ਹੈਗਾ ਮੇਰੇ ਕੋਲ ਇੰਟਰਸੈਕਸ਼ਨ ਆਫ ਟੂ ਸੈਟਸ। ਨੈਕਸਟ ਡੈਫੀਨੇਸ਼ਨ ਹੈਗੀ ਹੈ ਇੰਟਰਸੈਕਸ਼ਨ ਆਫ ਟੂ ਸੈਟਸ। ਇੰਟਰਸੈਕਸ਼ਨ ਆਫ ਟੂ ਸੈਟਸ ਦੀ ਡੈਫੀਨੇਸ਼ਨ ਕੀ ਹੈਗੀ ਹੈ? ਦ ਇੰਟਰਸੈਕਸ਼ਨ ਆਫ ਟੂ ਸੈਟਸ A and B is the set of elements common to both A and B। ਅਸੀਂ ਉਹ ਵਾਲੇ ਐਲੀਮੈਂਟਸ ਲੈਣੇ ਆ ਜਿਹੜੇ A ਅਤੇ B ਦੇ ਵਿੱਚ ਕਾਮਨ ਐਲੀਮੈਂਟਸ ਹੋਣਗੇ। ਠੀਕ ਹੈ, ਯੂਨੀਅਨ ਦੇ ਵਿੱਚ ਕੀ ਹੁੰਦਾ ਹੈ? ਜਿਹੜੇ ਵੀ ਐਲੀਮੈਂਟਸ ਹੋਣ ਉਹ ਸਾਰੇ ਲਿਖ ਦੇਣੇ, ਚਾਹੇ A 'ਚ ਹੋਣ ਚਾਹੇ B 'ਚ ਹੋਣ। ਪਰ ਜਦੋਂ ਇੰਟਰਸੈਕਸ਼ਨ ਦੀ ਗੱਲ ਕਰਦੇ ਪਏ ਹਾਂ, ਇੰਟਰਸੈਕਸ਼ਨ 'ਚ ਸਿਰਫ ਅਸੀਂ ਉਹ ਵਾਲੇ ਐਲੀਮੈਂਟਸ ਲਿਖਣੇ ਆ ਜਿਹੜੇ A ਅਤੇ B ਦੇ ਵਿੱਚ ਕਾਮਨ ਐਲੀਮੈਂਟਸ ਹੋਣਗੇ। A intersection B is equal to X such that X belongs to A and X belongs to B। A intersection B is equal to X such that X belongs to A and X belongs to B। A intersection ਦਾ ਸਿੰਬਲ ਹੈ ਅੰਦਰ, ਇੰਟਰਸੈਕਸ਼ਨ ਅਸੀਂ ਇਸ ਤਰ੍ਹਾਂ ਪਾਉਂਦੇ ਹਾਂ, ਅਤੇ ਇੰਟਰਸੈਕਸ਼ਨ ਦੇ ਵਿੱਚ ਉਹ ਵਾਲੇ ਐਲੀਮੈਂਟਸ ਆਉਣੇ ਆ ਜਿਹੜੇ A 'ਚ ਵੀ ਹੋਣਗੇ ਅਤੇ B 'ਚ ਵੀ ਹੋਣਗੇ, ਜਿਹੜੇ ਦੋਨਾਂ ਵਿੱਚ ਕਾਮਨ ਐਲੀਮੈਂਟਸ ਹੋਣਗੇ। ਨੈਕਸਟ ਡੈਫੀਨੇਸ਼ਨ ਡਿਸਜੋਇੰਟ ਸੈਟਸ ਦੀ। ਡਿਸਜੋਇੰਟ ਸੈਟਸ ਕਿਹੜੇ ਹੁੰਦੇ ਆ? ਇਫ A ਇੰਟਰਸੈਕਸ਼ਨ B, ਇਹ ਇੰਟਰਸੈਕਸ਼ਨ ਦਾ ਸਾਈਨ ਹੈ। ਇਫ A ਇੰਟਰਸੈਕਸ਼ਨ B ਇਜ਼ ਇਕੁਅਲ ਟੂ 5।
A ਇੰਟਰਸੈਕਸ਼ਨ B ਇਜ਼ ਇਕੁਅਲ ਟੂ ਫਾਈ ਦਾ ਮਤਲਬ ਹੈ ਕਿ ਮੰਨ ਲਓ ਕੋਈ ਦੋ ਸੈਟਸ ਹੈਗੇ A ਤੇ B, ਉਹਨਾਂ ਦੀ ਜਿਹੜੀ ਇੰਟਰਸੈਕਸ਼ਨ ਹੈ ਐਮਟੀ ਸੈੱਟ ਆ ਜੇ, ਐਮਟੀ ਸੈੱਟ ਨੂੰ ਕਿਹਦੇ ਨਾਲ ਡਿਨੋਟ ਕਰਦੇ ਆ ਫਾਈ ਦੇ, ਠੀਕ ਹੈ। ਜੇ A ਤੇ B ਕੋਈ ਦੋ ਸੈਟਸ ਹੈ, ਜੇ ਉਹਨਾਂ ਵਿੱਚ ਕੋਈ ਵੀ ਐਲੀਮੈਂਟ ਕਾਮਨ ਨਾ ਹੋਵੇ, then the sets A and B are called या said to be disjoint। disjoint sets ਉਹ ਵਾਲੇ ਸੈਟਸ ਹੁੰਦੇ ਜਿਨ੍ਹਾਂ ਵਿੱਚ ਕੋਈ ਵੀ ਐਲੀਮੈਂਟ ਕਾਮਨ ਨਹੀਂ ਹੁੰਦਾ, ਜਾਂ ਕਹਿ ਲਓ ਕਿ ਜਿਨ੍ਹਾਂ ਦੇ ਵਿੱਚ ਇੰਟਰਸੈਕਸ਼ਨ, ਜਿਨ੍ਹਾਂ ਦੀ ਦੋ ਸੈਟਸ ਦੀ ਇੰਟਰਸੈਕਸ਼ਨ ਕਿਹਦੇ ਇਕੁਅਲ ਹੋਵੇ, ਫਾਈ ਦੇ ਇਕੁਅਲ, ਉਹਨਾਂ ਨੂੰ ਅਸੀਂ ਡਿਸਜੋਇੰਟ ਸੈਟਸ ਕਹਾਂਗੇ। ਨੈਕਸਟ ਹੈ ਡਿਫਰੈਂਸ ਆਫ ਟੂ ਸੈਟਸ। ਡਿਫਰੈਂਸ ਆਫ ਟੂ ਸੈਟਸ ਦੀ ਡੈਫੀਨੇਸ਼ਨ ਕੀ ਹੈ? ਦ ਡਿਫਰੈਂਸ ਆਫ ਟੂ ਸੈਟਸ A and B is the set of those elements of A which do not belongs to B। A डिफरेंस ऑफ A एंड B, जे ਅਸੀਂ A ਤੇ B ਦਾ ਡਿਫਰੈਂਸ ਲੈਣਾ ਹੈ, ਇਹਦਾ ਮਤਲਬ ਹੈ ਕਿ ਅਸੀਂ A ਦੇ ਉਹ ਵਾਲੇ ਐਲੀਮੈਂਟ ਲਵਾਂਗੇ ਜਿਹੜੇ ਕਿ B ਦੇ ਵਿੱਚ ਲਾਈ ਨਹੀਂ ਕਰਦੇ ਪਏ। ਅਸੀਂ A ਦੇ ਉਹ ਵਾਲੇ ਐਲੀਮੈਂਟ ਲਵਾਂਗੇ ਜਿਹੜੇ B 'ਚ ਲਾਈ ਨਹੀਂ ਕਰਦੇ ਪਏ, which do not belongs to B। A minus B ਨੂੰ ਅਸੀਂ ਲਿਖਦੇ ਹਾਂ X such that X belongs to A and X does not belongs to B। A minus B ਦਾ ਮਤਲਬ ਹੋ ਗਿਆ ਕਿ ਅਸੀਂ ਉਹ ਵਾਲੇ ਐਲੀਮੈਂਟ ਲੈਣੇ ਆ, ਠੀਕ ਹੈ। A minus B ਦਾ ਮਤਲਬ ਹੋ ਗਿਆ ਕਿ ਅਸੀਂ ਉਹ ਵਾਲੇ ਐਲੀਮੈਂਟ ਲੈਣੇ ਆ ਜਿਹੜੇ ਕਿ A ਨੂੰ ਬਿਲੋਂਗ ਕਰਦੇ ਪਏ ਆ ਪਰ B ਨੂੰ ਬਿਲੋਂਗ ਨਹੀਂ ਕਰਦੇ ਪਏ। X does not belongs to B, it does not belongs to A। ਇੱਥੋਂ ਮੈਂ ਐਗਜ਼ਾਮਪਲ ਸਮਝਾਉਣ ਲੱਗਿਆ, ਸਾਰੀਆਂ ਜਿਹੜੀਆਂ ਡੈਫੀਨੇਸ਼ਨਸ ਕੀਤੀਆਂ ਉਹਨਾਂ ਦੇ ਅਕੋਰਡਿੰਗ। ਪਹਿਲਾਂ ਕੰਪਲੀਮੈਂਟ ਦੀ ਡੈਫੀਨੇਸ਼ਨ ਕਰਦੇ ਹਾਂ, ਕੰਪਲੀਮੈਂਟ ਦੀ ਜਿਹੜੀ ਡੈਫੀਨੇਸ਼ਨ ਕੀਤੀ ਸੀ ਉਹਦੇ ਅਕੋਰਡਿੰਗ ਐਗਜ਼ਾਮਪਲ ਕਰਦੇ ਹਾਂ। ਲੈਟ ਯੂਨੀਵਰਸਲ ਸੈੱਟ ਆ ਕੋਈ, ਯੂ ਸੈੱਟ ਆ ਕੋਈ 1 2 3 4 5 6 7 8 9 10। A ਸੈੱਟ ਹੈਗਾ 1 3 5 7 9। ਫਾਈਂਡ A ਡੈਸ਼। ਡੈਸ਼ ਇਹਨੂੰ ਕਹਿੰਦੇ ਕੰਪਲੀਮੈਂਟ ਨੂੰ। ਕੰਪਲੀਮੈਂਟ ਦੇ ਅਲੱਗ-ਅਲੱਗ ਸਿੰਬਲਸ ਹੁੰਦੇ। ਕੰਪਲੀਮੈਂਟ ਨੂੰ ਅਸੀਂ ਸੀ ਨਾਲ ਵੀ ਡਿਨੋਟ ਕੀਤਾ ਹੁੰਦਾ, ਕੰਪਲੀਮੈਂਟ ਨੂੰ ਡੈਸ਼ ਨਾਲ ਵੀ ਡਿਨੋਟ ਕੀਤਾ ਹੁੰਦਾ, ਕੰਪਲੀਮੈਂਟ ਨੂੰ ਬਾਰ ਨਾਲ ਵੀ ਡਿਨੋਟ ਕੀਤਾ ਹੁੰਦਾ। ਇਹ ਸਾਰੇ ਕੰਪਲੀਮੈਂਟ ਦੇ ਸਾਈਨ ਹੈਗੇ ਆ। ਸੋਲੂਸ਼ਨ ਹੈ ਯੂ ਸੈੱਟ ਹੈਗਾ ਮੇਰੇ ਕੋਲ ਯੂਨੀਵਰਸਲ ਸੈੱਟ, A ਹੈਗਾ 1 3 5 7 9। A ਡੈਸ਼ ਦਾ ਮੀਨਿੰਗ ਕੀ ਹੁੰਦਾ ਹੈ? ਕੰਪਲੀਮੈਂਟ ਦਾ ਮਤਲਬ ਹੁੰਦਾ ਕਿ ਅਸੀਂ ਯੂਨੀਵਰਸਲ ਸੈੱਟ ਦੇ ਉਹ ਵਾਲੇ ਐਲੀਮੈਂਟਸ ਲੈਣੇ ਆ ਜਿਹੜੇ A 'ਚ ਨਹੀਂ ਹੈਗੇ, ਠੀਕ ਹੈ। A ਡੈਸ਼ ਦਾ ਮੀਨਿੰਗ ਹੁੰਦਾ ਹੈ A, ਕੰਪਲੀਮੈਂਟ ਦਾ ਮੀਨਿੰਗ ਹੁੰਦਾ ਨੋਟ A, ਤੇ ਨੋਟ A ਦਾ ਮਤਲਬ ਹੁੰਦਾ ਕਿ ਅਸੀਂ ਯੂਨੀਵਰਸਲ ਸੈੱਟ ਦੇ ਉਹ ਵਾਲੇ ਐਲੀਮੈਂਟਸ ਲੈਣੇ ਆ ਜਿਹੜੇ A 'ਚ ਲਾਈ ਨਹੀਂ ਕਰਦੇ ਪਏ। ਹੁਣ A ਵਿੱਚ ਕਿਹੜੇ ਐਲੀਮੈਂਟਸ ਹੈਗੇ 1 3 5 7 9। ਇਹਦਾ ਮੀਨਿੰਗ A ਡੈਸ਼ ਵਿੱਚ ਕਿਹੜੇ ਐਲੀਮੈਂਟਸ ਆਉਣਗੇ ਜਿਹੜੇ 1 3 5 7 9 ਨੂੰ ਛੱਡ ਕੇ ਬਾਕੀ ਬਚਣਗੇ ਯੂਨੀਵਰਸਲ ਸੈੱਟ ਦੇ, ਠੀਕ ਹੈ। A ਡੈਸ਼ ਦਾ ਮੀਨਿੰਗ ਹੁੰਦਾ ਹੈ ਕਿ A ਸੈੱਟ ਨੂੰ ਛੱਡ ਕੇ ਬਾਕੀ ਯੂਨੀਵਰਸਲ ਸੈੱਟ ਦੇ ਜਿੰਨੇ ਵੀ ਐਲੀਮੈਂਟਸ ਹੈਗੇ ਉਹ ਸਾਰੇ ਲਿਖ ਲਓ। ਤੇ ਉਹ ਕਿਹੜਾ ਕਿਹੜਾ ਹੈਗਾ? ਇੱਕ 2 ਹੈ, ਇੱਕ 4 ਹੈ, ਇੱਕ 6 ਹੈ, ਇੱਕ 8 ਹੈ ਤੇ ਇੱਕ 10 ਹੈ। ਹੁਣ ਇੱਕ ਸੈਕਿੰਡ ਐਗਜ਼ਾਮਪਲ ਦੇਖਦੇ ਹਾਂ। ਇਹਦੇ ਵਿੱਚ ਸਾਰਾ ਕੁਛ ਹੀ ਦੱਸਿਆ ਹੈ, ਯੂਨੀਅਨ ਕਿਸ ਤਰ੍ਹਾਂ ਨਿਕਾਲਣੀ ਹੈ, ਇੰਟਰਸੈਕਸ਼ਨ ਕਿਸ ਤਰ੍ਹਾਂ ਨਿਕਾਲਣੀ ਹੈ ਤੇ ਡਿਫਰੈਂਸ ਕਿਸ ਤਰ੍ਹਾਂ ਨਿਕਾਲਣਾ ਹੈ ਦੋ ਸੈਟਸ ਦਾ। एग्जाम्पल है सैकेंड है, सपोज कर लो ए सैट है, ਉਹਦੇ 'ਚ एलिमेंट्स है 1 2 3 4 5, बी सैट 'ਚ एलिमेंट है 4 5 6 7, सी सैट है ਉਹਦੇ 'ਚ एलिमेंट है 1 5 7 9, तो डी सैट है सिंगल एलिमेंट है 8। ठीक है, ऐसा मैं सपोज कर लो मेरे को सैट्स दिते हुए है 4 सैट, मैं फाइंड की करना होगा। फर्स्ट पार्ट है ए यूनियन बी, सैकेंड पार्ट है बी यूनियन सी, ए यूनियन का सिंबल होंगे यू वर्गा। थर्ड पार्ट है ए यूनियन सी, फोर्थ पार्ट है ए इंटरसैक्शन बी, फिफ्थ पार्ट है बी इंटरसैक्शन सी, सिक्स्थ पार्ट है सी इंटरसैक्शन डी, सेवन्थ पार्ट है ए माइनस बी, एट्थ पार्ट है सी माइनस डी, नाइन्थ पार्ट है ए इंटरसैक्शन बी इंटरसैक्शन सी, 3 सैट्स की इंटरसैक्शन लेनी है। 10th पार्ट है ए यूनियन सी इंटरसैक्शन डी। फर्स्ट पार्ट देखते हैं ए यूनियन बी किस तरह निकालना है। सब तो पहला करना की है ए सैट लिख लो, ए सैट लिखोगे कितना आएगा 1 2 3 4 5, क्योंकि ए सैट 1 2 3 4 5 दिता है। यूनियन क्योंकि विच यूनियन है, नाल बी सैट लिख लो, बी सैट कितना है साढ़े कोल 4 5 6 7, 4 5 6 7 लिख लो। हुण जो दो सैट्स की असी यूनियन लैनी होंदी है, यूनियन का मतलब होंदा है कि जिहड़े दो सैट है दोनों सैट के जिन्ने भी एलीमेंट्स है वो सारे लिख देने हैं, पर जे कोई एलीमेंट दो बारी आंदा पिया तो उन्होंने असी इक्को बारी लिखांगे। हुण जिस तरह 4 ए कोल भी है तो बी कोल भी है, असी इक्को बारी लिखांगे 4 5 पहले कोल भी है दूसरे कोल भी है 5 भी इक्को बारी लिखांगे, पर लिखांगे सारे एलीमेंट्स। ए यूनियन बी का मतलब होंदा है कि ए तो बी के सैट्स के जिन्ने भी एलीमेंट्स है सारे लिख दो, पर जे कोई एलीमेंट रिपीट होंदा पिया तो उन्होंने इक्को बारी लिखांगे, क्योंकि सैट विच कोई भी एलीमेंट रिपीट नहीं होना चाहिए। इसदा मीनिंग इसदा आंसर की आएगा 1 2 3 4 5 6 ते 7। सैकेंड पार्ट है बी यूनियन सी, पहला बी सैट लिखांगे, बी सैट है 4 5 6 7 यूनियन, फिर सी सैट लिखांगे 1 5 7 9। हुण जो असीं दोनों की यूनियन लवांगे 1
तो ये जो एलीमेंट रिपीट होंदा पिया वो होंदा पिया 5, ठीक है, क्योंकि 5 दोनों को आंदा पिया, 7 भी दोनों को आंदा पिया। पर जो असी इन्हां दी यूनीयन लिखनी है, यूनीयन दे विच हुंदा है कि जिन्ने भी एलीमेंट आंदे पे सारे लिखने हैं। जिस तरह 5 दो बारी आंदा पिया असी इक्को बारी लिखांगे। इसदा आंसर की है 1 4 5 6 7 ते 9। ऐसा ही ए यूनीयन सी है, पहला ए सैट लिख लो यूनीयन सी, फिर दोनों के जिन्ने भी एलीमेंट्स है सारे लिख दो। पर जो कोई एलीमेंट दो बारी उन्होंने एक बारी लिखो। हुण इंटरसैक्शन है, इंटरसैक्शन का मतलब होंदा कॉमन एलीमेंट्स। असी वो वाले एलीमेंट लिखने हैं जो दोनों सैट्स विच कॉमन होंगे। ए सैट लिखे पहला 1 2 3 4 5, इंटरसैक्शन बी सैट लिखे 4 5 6 7। हुण ए इंटरसैक्शन बी की आएगा जो दोनों विच कॉमन एलीमेंट्स, दोनों विच कॉमन एलीमेंट क्या रहेगा 4 तो 1 5। मेरा आंसर आएगा 4 तो 5। नैक्सट है मेरे को बी इंटरसैक्शन सी, पहला बी सैट लिखांगा, इंटरसैक्शन फिर सी सैट, फिर दोनों के इंटरसैक्शन की आएगा जो दोनों विच कॉमन एलीमेंट्स होंगे। 5 दोनों विच कॉमन है, 7 भी कॉमन है, आंसर आएगा 5 तो 7। नैक्सट है मेरे को सी इंटरसैक्शन डी, सी इंटरसैक्शन डी, पहला सी सैट लिखांगा, सी सैट कितना है मेरे को 1 5 7 तो 9। इंटरसैक्शन डी सैट के सिंगल एलीमेंट है 8, जो दोनों में कॉमन एलीमेंट्स होंगे साडा आंसर होएगा। हुण दोनों में कोई भी एलीमेंट कॉमन नहीं गा, जो दोनों में कोई भी एलीमेंट कॉमन नहीं है मीनिंग इसका आंसर की आएगा मेरे को एम्प्टी सैट, जिन्होंने असीं किहदे नाल डिनोट करते हैं 5 के नाल। इसका आंसर आएगा 5, ठीक है, कॉमन। ए माइनस बी का मतलब की होंदा कि असीं ए सैट के वो वाले एलीमेंट्स लिखने हैं जो बी विच प्रेजेंट नहीं गए। पहला ए सैट लिखांगे 1 2 3 4 5 माइनस, फिर बी सैट लिखांगे 4 5 6 7। हुण इहदा आंसर की आएगा, ये आंसर वास्ते सिर्फ असीं पहले सैट के एलीमेंट लिखने हैं। पर जो पहले सैट का कोई भी एलीमेंट सैकेंड सैट में आता पाया तो वो एलीमेंट छड्ड दो। हुण जिस तरह 4 पहले कोल भी है, दूसरे कोल भी है, वो छड्ड दो। 5 ये कोल है, ये कोल भी है, वो छड्ड दो। इसका मीनिंग है पहले सैट के फिर किहड़े एलीमेंट बचे है जिहड़े कि दूसरे च नहीं आते पे 1 2 3। बाकी जो सैकेंड सैट का 6 7 है सानूं उहदे नाल कोई मतलब नहीं है, ठीक है, 6 7 नहीं है। सिर्फ जो पहला सैट होएगा असी वो वाले एलीमेंट सीखने पहले सैट के जिहड़े कि दूसरे सैट विच नहीं आते पे। दोज एलीमेंट्स ऑफ ए विच डू नॉट बिलोंग्स टू बी। ऐसे सी माइनस डी असी निकालना होगा। पहला सी सैट लिखांगे 1 5 7 9 माइनस डी सैट लिखांगे 8। असी सी के वो वाले एलीमेंट्स लिखने जो डी च नहीं आते पे, तो डी च तो कोई भी एलीमेंट नहीं आता पे। सी का मीनिंग है यदा पूरा आंसर 1 5 7 9 ही आ जाएगा। नैक्सट है ए इंटरसैक्शन बी इंटरसैक्शन सी, ए इंटरसैक्शन बी इंटरसैक्शन सी। तो ए इंटरसैक्शन बी असी ऑलरेडी निकाल चुके हुए हैं, उपर यह निकालिया हुआ है ए इंटरसैक्शन बी। मैं इतने सीधा ही आंसर लिखन लगे वहाँ, वैसे बच्चे ने उपर पहले निकाल लेना। ए इंटरसैक्शन बी का आंसर है 4 5, इतने मैं लिखता 4 5। इंटरसैक्शन सी कितना है मेरे को 1 5 7 9। तो इंटरसैक्शन की होंगे जो दोनों में कॉमन एलीमेंट्स हो, दोनों कॉमन एलीमेंट क्या रहेगा 5। मेरा आंसर आ जाएगा 5। तो अगला है लास्ट पार्ट है ए यूनियन सी इंटरसैक्शन डी, ए यूनियन सी इंटरसैक्शन डी। ए सैट ए यूनियन सी का आंसर मैं पहला निकाल चुके हुए वहाँ। ए यूनियन सी का मेरा आंसर है 1 2 3 4 5 7 9। इंटरसैक्शन डी कितना है मेरे को 8। उन दोनों में कॉमन एलीमेंट के इंटरसैक्शन का मतलब कॉमन एलीमेंट, दोनों कॉमन एलीमेंट कोई भी नहीं है। यदा मीनिंग का आंसर कितना आ जाएगा 5। यह सम्स बच्चों ने ट्राई करने हैं। ए बी सी तो डी सैट दिते हुए है। फाइंड ए यूनियन बी, ए यूनियन सी, बी यूनियन सी, बी यूनियन डी, ए यूनियन बी यूनियन सी, ए यूनियन बी यूनियन डी। ऐसे सैकेंड सम सेम इस तरह ए बी सी डी सैट दिते हुए नाले फाइंड करने पार्ट्स है। सम नंबर थर्ड है एक्स सैट दिता है ए ई आई ओ यू, वाई सैट है ए आई के यू। फाइंड एक्स माइनस वाई एंड वाई माइनस एक्स। जिस तरह ए माइनस बी माइनस ए जी डेफिनेशन दसी है उस तरीके ना करने एक्स माइनस वाई तो वाई माइनस एक्स। नैक्सट है कॉम्पलीमेंट वाला, मेरे को यू सैट देता है यूनिवर्सल सैट ए बी सी डी ई एफ जी एच। फाइंड द कॉम्पलीमेंट ऑफ द फॉलोइंग सैट्स। जो नीचे सैट देते हुए सारे के कॉम्पलीमेंट निकालने हैं। जिस तरह हम ए सैट है ए बी सी, ए डैश की होएगा, ए का कॉम्पलीमेंट की होएगा। असी यूनिवर्सल सैट के वो वाले एलीमेंट्स लिखने हैं जो ए च नहीं आते पे। यदा मतलब ए का कॉम्पलीमेंट की आ जाएगा डी ई एफ जी एच। कॉम्पलीमेंट का मतलब होंदा है कि ए सैट में छड़ दो, बाकी यूनिवर्सल सैट के सारे एलीमेंट्स लिख लो। जो बी का कॉम्पलीमेंट लिखना है मतलब है कि बी सैट के सारे एलीमेंट लिख लो, छड़ दो, बाकी यूनिवर्सल सैट के सारे एलीमेंट्स लिख लो। बी कॉम्पलीमेंट का मीनिंग होंदा नॉट बी, मतलब है कि बी एलीमेंट के जिन्ने भी सैट्स एलीमेंट्स है वो सारे छड़ दो, यूनिवर्सल सैट के बाकी एलीमेंट्स सारे लिख लो।
ठीक है, सारे कंप्लीट करने हैगे सम्स। ਇਹ ਯੂਨੀਵਰਸਲ ਸੈੱਟ ਕੰਪਲੀਮੈਂਟ ਵਾਲੇ ਹੈ। ਇਹ ਸਿੰਪਲ a ਮਾਈਨਸ b ਦੀ ਜੋ ਡੈਫੀਨੇਸ਼ਨ ਦੱਸੀ ਸੀ ਉਹਦੇ ਅਕੋਰਡਿੰਗ x ਮਾਈਨਸ y ਤੇ y ਮਾਈਨਸ x ਨਿਕਾਲਣਾ ਹੋਵੇ, ਤੇ ਉੱਪਰਲੇ ਸਾਰੇ ਯੂਨੀਅਨ ਤੇ ਇੰਟਰਸੈਕਸ਼ਨ ਵਾਲੇ ਹੈ।